Hi everyone, Raman here and you are watching RGB Fitness channel. So today we are going to talk about recti diastasis. Basically abdomen separation, abs ਦੀ separation ਹੋ ਜਾਂਦੀ ਹੈ after delivery. So ਇਹ ਜ਼ਰੂਰੀ ਨਹੀਂ ਆ ਕਿ after delivery ਜਾਂ pregnant woman ਦੇ ਵਿੱਚ ਹੀ ਦੇਖਣ ਨੂੰ ਪਾਉਂਦੀ ਆ। ਇਹ men ਨੂੰ ਵੀ ਹੋ ਸਕਦੀ ਹੈ, ਵੂਮਨ ਦੋਨਾਂ ਨੂੰ ਹੋ ਸਕਦੀ ਹੈ। ਇਹ ਓਬੈਸਿਟੀ ਨਾਲ ਓਵਰਵੇਟ ਨਾਲ ਵੀ ਨਾਰਮਲੀ ਵੀ ਹੋ ਸਕਦੀ ਆ। ਬੇਸਿਕਲੀ ਡਾਇਸਟੈਸਿਸ ਰੈਕਟੀ ਹੁੰਦਾ ਕੀ ਆ, ਸਾਡੀ ਜਿਹੜੀ ਐਬਡੋਮੀਨਲ ਵਾਲ ਆ ਉਹ ਰੈਕਟਸ ਮਸਲਸ ਥਿਕ ਮਸਲਸ ਦੇ ਨਾਲ ਕਵਰਡ ਆ। ਸੋ ਜਦੋਂ ਓਵਰ ਸਟ੍ਰੈਚ ਹੁੰਦਾ ਇਟ ਕੁਡ ਬੀ ਡਿਊ ਟੂ ਓਬੈਸਿਟੀ ਜਾਂ ਬੇਬੀ ਵੇਟ ਡਿਊਰਿੰਗ ਪ੍ਰੈਗਨੈਂਸੀ। ਤੁਹਾਡਾ ਐਬਡੋਮਨ ਸਟ੍ਰੈਚ ਹੁੰਦਾ ਤਾਂ ਤੁਹਾਡੇ ਐਬਸ ਮਸਲਸ ਰੈਕਟਸ ਐਬਡੋਮਿਨਸ ਸੈਪਰੇਟ ਹੋ ਜਾਂਦੇ ਆ, ਆਪਸ 'ਚ ਉਹਨਾਂ ਦਾ ਕਨੈਕਸ਼ਨ ਟੁੱਟ ਜਾਂਦਾ, ਰਾਈਟ। ਸੋ ਇਹ 4 ਟਾਈਪਸ ਦੇ ਹੁੰਦੇ ਆ। ਸਭ ਤੋਂ ਕਾਮਨ ਜਿਹੜਾ ਹੁੰਦਾ ਉਹਨੂੰ ਓਪਨ ਡੀਆਰ ਡਾਇਸਟੈਸਿਸ ਰੈਕਟੀ ਕਹਿੰਦੇ ਆ। ਜ਼ਿਆਦਾ ਕਾਮਨ ਨਾ ਉਹ ਤੁਹਾਡੀ ਨੇਵਲ ਦੇ ਅਰਾਊਂਡ ਸੈਂਟਰ ਦੇ ਵਿੱਚ ਹੀ ਸੈਪਰੇਟ ਹੁੰਦੇ ਆ ਐਬਡੋਮੀਨਲ ਮਸਲਸ। ਸੋ ਉਹ ਜ਼ਿਆਦਾ ਕਾਮਨ ਹੁੰਦਾ, ਰਾਈਟ। ਐਂਡ ਅਦਰ ਟਾਈਪਸ ਹੈਗੀਆਂ ਅਬਵ ਨੇਵਲ ਤੋਂ ਥੋੜੀ ਅੰਬਲਾਈਕਸ ਕਾਰਡ ਤੋਂ ਉੱਪਰ ਰੈਕਟਸ ਐਬਡੋਮਿਨਸ ਮਸਲ ਸੈਪਰੇਟ ਹੋ ਜਾਂਦੇ ਆ। ਐਂਡ ਲੋਅਰ ਮੇਰੇ ਕੋਲ ਜ਼ਿਆਦਾ ਜਿਹੜੇ ਕਲਾਇੰਟਸ ਨੇ ਉਹ ਲੋਅਰ ਐਬਡੋਮਨ ਜਿਹੜੇ ਲੋਅਰ ਰੈਕਟਸ ਮਸਲ ਜਿਹੜੇ ਉਹਨਾਂ ਦੇ ਸੈਪਰੇਟ ਹੋਏ ਹੁੰਦੇ ਆ ਲੋਅਰ ਐਬਡੋਮਨ 'ਤੇ। ਸੋ ਜਿੱਦਾਂ ਤੁਸੀਂ ਦੇਖਿਆ ਹੋਊਗਾ ਕਿ ਤੁਹਾਡੀ ਜਿਹੜਾ ਲੋਅਰ ਟਮੀ ਹੋਊਗਾ ਉਹ ਆਲਵੇਜ਼ ਥੋੜਾ ਲਟਕਦਾ ਐਂਡ ਬੈਲੀ ਪੂਸ਼ ਟਾਈਪ ਰਹਿ ਜਾਂਦੀ ਆ, ਮੰਮੀ ਟਮੀ ਜਿਹਨੂੰ ਆਪਾਂ ਕਹਿੰਦੇ ਆ। ਸੋ ਉਹ ਥੋੜਾ ਅੰਦਰ ਨਹੀਂ ਜਾਂਦਾ ਨਾ, ਸੋ ਉਹਨੂੰ ਟਰੀਟ ਕਰਨਾ ਫਿਕਸ ਕਰਨਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਰੈਕਟੀ ਡਾਇਸਟੈਸਿਸ ਅਗਰ ਤੁਸੀਂ ਬਹੁਤ ਜ਼ਿਆਦਾ ਵੇਟ ਗੇਨ ਨਹੀਂ ਕਰਦੇ ਤਾਂ ਆਪਣੇ ਆਪ ਹੀਲ ਹੋ ਜਾਂਦਾ, ਨੈਚੁਰਲੀ ਕਨੈਕਟ ਹੋ ਜਾਂਦੇ ਆ ਆਫਟਰ ਡਿਲੀਵਰੀ। ਸੋ 4th ਟਾਈਪ ਹੈਗੀ ਆ ਕੰਪਲੀਟਲੀ ਓਪਨ, ਜਿਹਦੇ ਵਿੱਚ ਤੁਹਾਡੇ ਸਾਰੇ ਅਪਰ ਐਬਡੋਮਨ ਤੋਂ ਲੈ ਕੇ ਲੋਅਰ ਐਬਡੋਮਨ ਤੱਕ ਪੈਲਵਿਕ ਬੋਨ ਦੇ ਪਿਊਬਿਕ ਏਰੀਆ ਤੱਕ ਸਾਰੇ ਐਬਡੋਮਨ ਦੇ ਮਸਲਸ ਰੈਕਟਸ ਐਬਡੋਮਿਨਸ ਸੈਪਰੇਟ ਹੋ ਜਾਂਦੇ ਆ, ਸਾਰਿਆਂ ਦੇ ਵਿੱਚ ਡਿਸਟੈਂਸ ਕ੍ਰੀਏਟ ਹੋ ਜਾਂਦਾ। ਸੋ ਉਹਨੂੰ ਕੰਪਲੀਟਲੀ ਓਪਨ ਕਹਿੰਦੇ ਆ, ਡੀਆਰ। ਸੋ ਵੀ ਹੈਵ ਟੂ ਅਸੈਸ ਦੈਟ ਕਿ ਤੁਹਾਡਾ ਕਿਹੜਾ ਕੇਸ ਆ, ਤੁਹਾਨੂੰ ਕਿਹੜਾ ਡਾਇਸਟੈਸਿਸ ਰੈਕਟੀ ਆ ਟਾਈਪ ਦੇਖਣੀ ਹੁੰਦੀ ਹੈ, ਲੋਅਰ ਆ ਅਪਰ ਆ ਜਾਂ ਤੁਹਾਡਾ ਅੰਬਲਾਈਕਸ ਦੇ ਸਰਾਊਂਡਡ ਜਿਹੜਾ ਕਾਮਨ ਟਾਈਪ ਆ ਓਪਨ ਉਹਦੇ ਓਈਓ ਡਾਇਸਟੈਸਿਸ ਰੈਕਟੀ ਆ ਜਾਂ ਫਿਰ ਤੁਹਾਨੂੰ ਕੰਪਲੀਟਲੀ ਓਪਨ ਆ। ਸੋ ਦੈਟ ਵੇਰੀ ਕਰਦਾ, ਰਾਈਟ। ਜ਼ਿਆਦਾਤਰ ਜਿਹੜਾ ਇਹ ਗੈਪ ਹੁੰਦਾ 2.7 ਸੈਂਟੀਮੀਟਰ ਦਾ ਗੈਪ ਹੁੰਦਾ ਜਾਂ ਇਸ ਤੋਂ ਵੀ ਜ਼ਿਆਦਾ ਹੁੰਦਾ, ਉਹ ਥੋੜਾ ਸਵੇਅਰ ਹੁੰਦਾ। ਸੋ ਉਹਨੂੰ ਟਾਈਮ ਲੱਗਦਾ ਟਰੀਟ ਕਰਨ ਨੂੰ। ਅਦਰਵਾਈਜ਼ ਹੈਲਥ ਇਸ਼ੂਜ਼ ਇਹਦੇ ਨਾਲ ਕੋਈ ਇੰਨੇ ਕ੍ਰੀਏਟ ਨਹੀਂ ਹੁੰਦੇ। ਕਈ ਵਾਰ ਹਰਨੀਆਂ ਕ੍ਰੀਏਟ ਹੋ ਸਕਦੀਆਂ, ਬਟ ਦੋਨਾਂ ਦੇ ਵਿੱਚ ਡਿਫਰੈਂਸ ਹੈ। ਡਾਇਸਟੈਸਿਸ ਰੈਕਟੀ ਐਂਡ ਹਰਨੀਆ ਦੋਨੋਂ ਡਿਫਰੈਂਟ ਨੇ, ਬਟ ਡਾਇਸਟੈਸਿਸ ਰੈਕਟੀ ਅਗਰ ਟਰੀਟ ਨਾ ਹੋਵੇ ਤਾਂ ਲੇਟਰ ਔਨ ਹਰਨੀਆ ਹੋਣ ਦੇ ਚਾਂਸਸ ਹੋ ਜਾਂਦੇ ਆ। ਸੋ ਆਪਾਂ ਹੁਣ ਗੱਲ ਕਰਾਂਗੇ ਇਹਦੇ ਸਿੰਪਟਮਸ ਬਾਰੇ ਕਿ ਤੁਸੀਂ ਕਿੱਦਾਂ ਜਾਣ ਸਕਦੇ ਹੋ ਅਗਰ ਤੁਹਾਨੂੰ ਨਹੀਂ ਪਤਾ ਕਿ ਡਾਇਸਟੈਸਿਸ ਰੈਕਟੀ ਕਿੱਦਾਂ ਫਾਈਂਡ ਆਊਟ ਹੋ ਸਕਦਾ। ਸੋ ਦੇਰ ਆਰ ਫਿਊ ਸਿੰਪਟਮਸ। ਤੁਹਾਨੂੰ ਬੈਕ ਏਕ ਹੋਏਗੀ ਆਫਟਰ ਡਿਲੀਵਰੀ ਐਂਡ ਕੌਨਸਟੀਪੇਸ਼ਨ ਕਬਜ਼ ਹੋ ਸਕਦੀ ਆ। ਯੂਰਿਨ ਲੀਕਿੰਗ, ਤੁਹਾਡਾ ਯੂਰਿਨ ਲੀਕ ਕਰਦਾ ਰਹੇਗਾ, ਤੁਹਾਨੂੰ ਲਾਈਕ ਅਰਜ ਹੁੰਦੀ ਰਹੇਗੀ ਐਂਡ ਤੁਹਾਡਾ ਯੂਰਿਨ ਲੀਕ ਤੁਹਾਡਾ ਕੰਟਰੋਲ ਨਹੀਂ ਰਹੇਗਾ ਤੁਹਾਡੇ ਬਲੈਡਰ 'ਤੇ, ਰਾਈਟ। ਸੋ ਦੈਨ ਚਾਂਸਿਸ ਆਫ ਡਾਇਸਟੈਸਿਸ ਰੈਕਟੀ ਵਿਲ ਬੀ ਦੇਅਰ। ਵੈਸੇ ਸਾਰੀਆਂ ਪ੍ਰੈਗਨੈਂਸੀਜ਼ ਦੇ ਵਿੱਚ ਐਬਡੋਮਨ ਤਾਂ ਸਟ੍ਰੈਚ ਹੁੰਦਾ ਹੀ ਆ, ਰਾਈਟ। ਸੋ ਓਵਰ ਸਟ੍ਰੈਚ ਹੋਣ ਦੇ ਨਾਲ ਜਿਹੜੇ ਮਸਲਸ ਨੇ ਉਹ ਸੈਪਰੇਟ ਹੋ ਜਾਂਦੇ ਆ। ਹਰ 2 ਪ੍ਰੈਗਨੈਂਟ ਲੇਡੀ ਵਿੱਚੋਂ ਇੱਕ ਲੇਡੀ ਨੂੰ ਤਾਂ ਡਾਇਸਟੈਸਿਸ ਰੈਕਟੀ ਹੁੰਦਾ ਹੀ ਆ। ਸੋ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ ਕਿ ਜ਼ਿਆਦਾ ਵੇਟ ਗੇਨ ਜਾਂ ਤੁਸੀਂ ਪਹਿਲਾਂ ਹੀ ਹੈਲਦੀ ਹੋ, ਤੁਹਾਡਾ ਵੇਟ ਗੇਨ ਇੰਨਾ ਨਹੀਂ ਹੋਇਆ। ਇਹ ਮੈਟਰ ਨਹੀਂ ਕਰਦਾ ਕਿ ਜ਼ਿਆਦਾ ਵੇਟ ਗੇਨ ਵਾਲੀ ਲੇਡੀ ਨੂੰ ਹੀ ਡਾਇਸਟੈਸਿਸ ਰੈਕਟੀ ਹੋਏਗਾ ਜਾਂ ਘੱਟ ਵਾਲੀ ਨੂੰ। ਤੁਸੀਂ ਚਾਹੇ ਪੂਰੇ ਫਿਟ ਐਂਡ ਫਾਈਨ ਹੋ, ਬਟ ਤੁਹਾਡੇ ਐਬਡੋਮਨ ਮਸਲਸ ਤਾਂ ਵੀ ਸੈਪਰੇਟ ਹੋ ਸਕਦੇ ਆ। ਵੇਟ ਮੈਟਰ ਨਹੀਂ ਕਰਦਾ ਕਿ ਤੁਹਾਡਾ ਵੇਟ ਕਿੰਨਾ ਆ, ਬਟ ਤੁਸੀਂ ਲੇਟਰ ਔਨ ਵੀ ਯੂ ਲੁੱਕ ਲਾਈਕ ਪ੍ਰੈਗਨੈਂਟ, ਤੁਹਾਡਾ ਟੰਮੀ ਬਾਹਰ ਆ ਲਟਕਦਾ ਆ ਐਂਡ ਤੁਹਾਡਾ ਹਜੇ ਜਿਹੜੇ ਐਬਡੋਮੀਨਲ ਮਸਲਸ ਐਬਸ ਆ ਉਹ ਸੈਪਰੇਟਡ ਹੀ ਆ, ਉਹਨਾਂ ਦਾ ਲਾਈਕ ਦੁਬਾਰਾ ਅਟੈਚ ਨਹੀਂ ਹੋਏ। ਸੋ ਹਲੇ ਵੀ ਤੁਸੀਂ ਪ੍ਰੈਗਨੈਂਟ ਲੱਗ ਰਹੇ ਹੋ ਆਫਟਰ ਈਅਰਸ ਮੰਥਸ ਡਿਲੀਵਰੀ ਹੋਣ ਤੋਂ ਬਾਅਦ, ਦੈਟ ਮੀਨਸ ਤੁਹਾਡਾ ਡਾਇਸਟੈਸਿਸ ਰੈਕਟੀ ਹੀਲ ਨਹੀਂ ਹੋਇਆ। ਇੱਕ ਮੈਂ ਪੁਆਇੰਟ ਇੱਥੇ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਕਿ ਯੋਗਾ ਡਾਇਸਟੈਸਿਸ ਰੈਕਟੀ ਨੂੰ ਹੀਲ ਨਹੀਂ ਕਰ ਸਕਦਾ। ਸੋ ਤੁਹਾਨੂੰ ਇਹਦੇ ਲਈ ਸਪੈਸੀਫਿਕ ਐਕਸਰਸਾਈਜ਼ਸ ਕਰਨੀਆਂ ਪੈਣਗੀਆਂ। ਐਕਸਰਸਾਈਜ਼ਸ ਮੈਂ ਤੁਹਾਨੂੰ ਇਸ ਵੀਡੀਓ ਦੇ ਐਂਡ 'ਤੇ ਸਾਰੀਆਂ ਸ਼ੋ ਕਰਾਂਗੀ ਜਿਹੜੀਆਂ ਆਪਾਂ ਕਰ ਸਕਦੇ ਹਾਂ ਘਰ ਦੇ ਵਿੱਚ, ਜਿਹੜੀਆਂ ਤੁਹਾਨੂੰ ਹੈਲਪ ਕਰਨਗੀਆਂ। ਬਟ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਚੀਜ਼ਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਕਿ ਐਕਸਰਸਾਈਜ਼ਸ ਵੀ ਤਾਂ ਹੀ ਹੈਲਪ ਕਰਦੀਆਂ ਅਗਰ ਤੁਹਾਡਾ ਮਾਈਂਡ ਮਸਲ ਕਨੈਕਸ਼ਨ ਆ, ਤੁਸੀਂ ਕੋਰ ਨੂੰ ਇੰਗੇਜ ਕਰਦੇ ਹੋ, ਆਪਣੇ ਐਬਸ ਨੂੰ ਫੀਲ ਕਰਦੇ ਹੋ ਐਂਡ ਜਿੱਦਾਂ ਬੈਲੀ ਸਕੂਪਿੰਗ ਆ ਉਹਦੇ ਵਿੱਚ ਤੁਸੀਂ ਪੂਰਾ ਆਪਣੇ ਐਬਡੋਮਨ ਨੂੰ ਅੰਦਰ ਤੱਕ ਸਕੂਪ ਕਰਨਾ, ਬਰੀਦ ਇਨ ਪੂਰਾ ਫੀਲ ਕਰਨਾ, ਰਾਈਟ। ਐਂਡ ਉਹਦੇ 'ਤੇ ਪ੍ਰੈਸ਼ਰ ਲਾਈਕ ਮਸਲ ਮਾਈਂਡ ਕਨੈਕਸ਼ਨ ਬਣਾ ਕੇ ਉਹਨੂੰ ਇੰਗੇਜ ਰੱਖਣਾ। ਈਵਨ ਦੋ ਸਕੁਆਟਸ ਆਪਾਂ ਨੋਰਮਲ ਲੈਗ ਵਰਕਆਊਟ ਕਰਦੇ ਹਾਂ ਉਹਦੇ ਵਿੱਚ ਵੀ ਅਗਰ ਤੁਹਾਨੂੰ ਪ੍ਰੋਪਰ ਟੈਕਨੀਕ ਪਤਾ ਹੈ ਕਿ ਕੋਰ ਨੂੰ ਕਿੱਦਾਂ ਇੰਗੇਜ ਕਨੈਕਟਡ ਫੀਲ ਕਰਨਾ ਹੈ, ਉਹਦੇ ਨਾਲ ਵੀ ਡਾਇਸਟੈਸਿਸ ਰੈਕਟੀ
ਹੀਲ ਅਪ ਹੁੰਦਾ। ਜ਼ਿਆਦਾਤਰ ਸਟਰੈਂਥ ਟ੍ਰੇਨਿੰਗਸ ਦੇ ਨਾਲ ਡਾਇਸਟੈਸਿਸ ਰੈਕਟੀ ਜਲਦੀ ਫਿਕਸ ਹੋ ਜਾਂਦਾ ਹੈ। ਸੋ ਵਿਦਿਨ 6 ਵੀਕਸ ਤੁਹਾਡਾ ਫਿਕਸ ਹੋ ਜਾਣਾ ਚਾਹੀਦਾ ਹੈ। ਅਗਰ ਨਹੀਂ ਹੋ ਰਿਹਾ ਤਾਂ ਤੁਹਾਨੂੰ ਉਹਦੇ 'ਤੇ ਵਰਕ ਕਰਨਾ ਚਾਹੀਦਾ ਹੈ। ਅਗਰ ਤੁਹਾਡਾ ਤੁਸੀਂ ਹਲੇ ਵੀ ਲਾਈਕ ਪ੍ਰੈਗਨੈਂਟ ਲੱਗ ਰਹੇ ਹੋ ਐਂਡ ਤੁਹਾਡਾ ਲੋਅਰ ਐਬਡੋਮਨ ਲਟਕ ਰਿਹਾ ਆ, ਸੋ ਦੈਟ ਨੀਡ ਟੂ ਬੀ ਟਰੀਟਡ। ਸੋ ਕੱਲਾ ਇਹਦੇ ਲਈ ਐਕਸਰਸਾਈਜ਼ਸ ਇੰਪੋਰਟੈਂਟ ਨਹੀਂ ਆ, ਤੁਹਾਨੂੰ ਲੇਟਰ ਔਨ weight loss ਪੋਸਟਪਾਰਟਮ weight loss ਇਜ਼ ਇੰਪੋਰਟੈਂਟ। ਅਗਰ ਤੁਸੀਂ ਗੇਨ ਕਰਦੇ ਰਹੋਗੇ, ਵੈਸੇ ਟੈਂਡੈਂਸੀ ਹੁੰਦੀ ਹੈ ਬ੍ਰੈਸਟ ਫੀਡਿੰਗ ਪੀਰੀਅਡ ਦੇ ਵਿੱਚ weight gain ਹੁੰਦਾ ਹੈ, ਈਵਨ ਪ੍ਰੈਗਨੈਂਸੀ ਨਾਲੋਂ ਵੀ ਜ਼ਿਆਦਾ weight gain ਹੁੰਦਾ ਹੈ। ਸੋ ਤੁਹਾਨੂੰ weight lose ਕਰਨ ਲਈ ਤਾਂ ਡਾਈਟ ਫੋਲੋ ਕਰਨੀ ਪਏਗੀ, ਕੈਲੋਰੀ ਡੈਫੀਸ਼ੀਐਂਟ ਐਂਡ ਹਾਈ ਪ੍ਰੋਟੀਨ ਗੁੱਡ ਫੈਟਸ ਲੈਣੀਆਂ ਪੈਣਗੀਆਂ, ਬਿਲਕੁਲ ਸ਼ੂਗਰਸ ਘੱਟ ਕਰਨੀਆਂ ਪੈਣਗੀਆਂ, ਸੋ ਦੈਟ ਜਦੋਂ ਤੁਸੀਂ ਫੈਟ ਪਰਸੈਂਟੇਜ ਘੱਟ ਕਰਦੇ ਹੋ ਤਾਂ ਓਬਵੀਅਸਲੀ ਮਸਲਸ ਦੁਬਾਰਾ ਜਦੋਂ ਫੈਟ ਦੀ ਲੇਅਰ ਬਰਨ ਹੋਏਗੀ, ਮਸਲਸ ਦੁਬਾਰਾ ਕਨੈਕਟ ਹੋ ਜਾਂਦੇ ਆ, ਦੈਨ ਉਹਦੇ ਨਾਲ ਰੈਕਟੀ ਡਾਇਸਟੈਸਿਸ ਵਿਦ ਟਾਈਮ ਹੀਲ ਹੋ ਜਾਂਦਾ ਹੈ। ਸੋ ਕਈ ਵਾਰ ਲਾਈਕ ਪੇਨ ਤੁਹਾਨੂੰ ਰਹਿੰਦੀ ਆ, ਐਬਡੋਮਨ ਤੁਹਾਡਾ ਏਰੀਆ ਐਬਡੋਮਿਨਲ ਮਸਲਸ ਤੁਹਾਨੂੰ ਫੀਲਿੰਗ ਆਫ ਵੀਕਨੈਸ ਰਹਿੰਦੀ ਆ ਐਬਡੋਮਨ ਏਰੀਆ 'ਤੇ ਕਿ ਮੇਰਾ ਥੋੜਾ ਨੰਬ ਆ ਜਾਂ ਫੀਲ ਨਹੀਂ ਹੋ ਰਿਹਾ ਪ੍ਰੋਪਰ, ਜਾਂ ਉਹਦੀ ਵੀਕਨੈਸ ਰਹੇਗੀ ਆਲਵੇਜ਼ ਐਂਡ ਬੈਕ ਪੇਨ ਰਹੇਗੀ। ਸੋ ਇਹ ਅਗਰ ਤੁਹਾਨੂੰ ਸਿੰਪਟਮਸ ਹੈਗੇ ਆ ਤਾਂ ਦੈਨ ਤੁਹਾਨੂੰ weight loss ਐਂਡ ਡਾਇਸਟੈਸਿਸ ਰੈਕਟੀ ਠੀਕ ਕਰਨਾ ਚਾਹੀਦਾ ਐਂਡ ਐਬਡੋਮਨ ਦਾ ਪ੍ਰੋਪਰ ਲਾਈਕ ਵਰਕਆਊਟ ਇੰਪੋਰਟੈਂਟ ਆ। ਸੋ ਕੁਛ ਵਰਕਆਊਟ ਦੇ ਨਾਲ ਡਾਈਟ, ਸੋ ਡਾਈਟ weight loss ਲਈ ਤਾਂ ਟੋਟਲੀ ਡਿਫਰੈਂਟ ਆ। ਹਾਂ, ਇਹ ਸਕਿਨ ਐਂਡ ਮਸਲਸ ਜਿਹੜੇ ਸੈਪਰੇਟਡ ਹੋਏ ਹੁੰਦੇ ਆ, ਟਿਸ਼ੂਜ਼ ਡੈਮੇਜ ਹੋਏ ਹੁੰਦੇ ਆ, ਰਾਈਟ, ਜਦੋਂ ਇੱਕ ਚੀਜ਼ ਦਾ ਦੂਜੀ ਚੀਜ਼ ਨਾਲੋਂ ਕਨੈਕਸ਼ਨ ਟੁੱਟ ਜਾਂਦਾ, ਓਬਵੀਅਸਲੀ ਉਸ ਏਰੀਆ ਦੇ ਇੱਕ ਤਰ੍ਹਾਂ ਨਾਲ ਟਿਸ਼ੂ ਡੈਮੇਜ ਨੇ, ਰਾਈਟ। ਸੋ ਉਹਨਾਂ ਨੂੰ ਆਪਾਂ ਕੋਲਾਜਨ ਰਿਚ ਡਾਈਟ, ਸਪੈਸੀਫਿਕ ਡਾਈਟ ਆ ਕੋਲਾਜਨ ਰਿਚ, ਉਹਦੇ ਨਾਲ ਟਰੀਟ ਕਰ ਸਕਦੇ ਆ, ਹੀਲ ਅਪ ਕਰ ਸਕਦੇ ਆ, ਉਹ ਦੁਬਾਰਾ ਟਿਸ਼ੂਜ਼ ਮਸਲਸ ਉਹਨਾਂ ਨੂੰ ਬਿਲਡ ਅਪ ਕਰਨ ਤੇ ਆਪਸ ਕਨੈਕਟੀਵਿਟੀ ਸਟਰੋਂਗ ਕਰਨ ਦੇ ਵਿੱਚ ਹੈਲਪ ਕਰਦਾ ਹੈ, ਕਿਉਂਕਿ ਇੱਕ ਵਾਰ ਫਿਕਸ ਹੋਣ ਤੋਂ ਬਾਅਦ ਵੀ ਦੁਬਾਰਾ ਸੈਪਰੇਟ ਹੋ ਸਕਦੇ ਆ। ਸੋ ਤੁਸੀਂ ਇਸ ਲਈ ਤੁਸੀਂ ਕੋਲਾਜਨ ਰਿਚ ਡਾਈਟ ਵੀ ਪੋਸਟਪਾਰਟਮ ਪੀਰੀਅਡ ਦੇ ਵਿੱਚ ਫੋਲੋ ਕਰਨੀ ਆ। ਨੋਨ ਵੈਜੀਟੇਰੀਅਨ ਤਾਂ ਈਜ਼ੀਲੀ ਫੋਲੋ ਕਰ ਸਕਦੇ ਆ, ਐਗ, ਚਿਕਨ, ਮੀਟ, ਫਿਸ਼, ਓਮੇਗਾ 3 ਸੋਰਸਿਸ ਐਂਡ ਹਾਈ ਪ੍ਰੋਟੀਨ, ਇਹਨਾਂ ਦੇ ਵਿੱਚ ਕੋਲਾਜਨ ਆਲਰੇਡੀ ਹੁੰਦਾ ਹੈ। ਸੋ ਇਹਦੇ ਨਾਲ ਤਾਂ ਈਜ਼ੀਲੀ ਲਾਈਕ ਤੁਸੀਂ ਬੈਕ ਇਨ ਸ਼ੇਪ ਵੀ ਆ ਜਾਂਦੇ ਹੋ ਐਂਡ ਤੁਹਾਡਾ ਡਾਇਸਟੈਸਿਸ ਰੈਕਟੀ ਵੀ ਕਲੀਅਰ ਹੋ ਜਾਂਦਾ, ਰਾਈਟ, ਫਿਕਸ ਹੋ ਜਾਂਦਾ। ਸੋ ਵੈਜੀਟੇਰੀਅਨਸ ਕੋਲ ਆਪਸ਼ਨਸ ਘੱਟ ਆ, ਤੁਹਾਨੂੰ ਕਈ ਵਾਰ ਕੋਲਾਜਨ ਆਊਟਸੋਰਸ ਵੀ ਕਰਨਾ ਪੈਂਦਾ ਐਂਡ ਯੂ ਹੈਵ ਟੂ ਹੈਵ ਕੀਵੀ ਡੇਲੀ, ਕੀਵੀ ਇਜ਼ ਹਾਈ ਇਨ ਕੋਲਾਜਨ ਐਂਡ ਵਿਟਾਮਿਨ ਸੀ ਸੋਰਸਿਸ। ਤੋ ਉਹਦੇ ਨਾਲ ਤੁਹਾਨੂੰ ਰੈਕਟੀ ਡਾਇਸਟੈਸਿਸ ਦੇ ਟਿਸ਼ੂਜ਼ ਨੇ ਜਿਹੜੇ ਡੈਮੇਜ ਹੋਏ ਉਹ ਹੀਲ ਅਪ ਹੋਣ 'ਚ ਹੈਲਪ ਕਰਦੇ ਆ ਐਂਡ ਫਿਊ ਐਕਸਰਸਾਈਜ਼ਸ ਦੈਟ ਯੂ ਨੀਡ ਟੂ ਪਰਫੋਰਮ ਐਂਡ ਤੁਹਾਨੂੰ ਬੈਕ ਪ੍ਰੀ ਪ੍ਰੈਗਨੈਂਸੀ ਸਟੇਟ ਦੇ ਵਿੱਚ ਵਾਪਸ ਆਉਣਾ ਬਹੁਤ ਜ਼ਰੂਰੀ ਆ। ਸੋ ਅਦਰਵਾਈਜ਼ ਤੁਹਾਨੂੰ ਸਮ ਟਾਈਮ ਲਾਈਕ ਪੇਨ ਔਰ ਐਬਡੋਮਨ ਵੀਕਨੈਸ ਫੀਲ ਹੁੰਦੀ ਰਹੇਗੀ ਐਂਡ ਬੈਕ ਏਕ ਹੁੰਦੀ ਰਹੇਗੀ। ਸੋ ਹੈਲਥ ਪ੍ਰੋਬਲਮ ਇਹਦੇ ਵਿੱਚ ਜਸਟ ਇਹ ਹੈ ਕਿ ਤੁਹਾਨੂੰ ਉਸ ਏਰੀਆ 'ਤੇ ਸਮ ਟਾਈਮ ਲੇਟਰ ਔਨ ਵੀ ਜਦੋਂ ਤੁਹਾਡੇ ਬਲੋਟਿੰਗ ਗੈਸ ਬਣਦੀ ਆ, ਤੁਹਾਨੂੰ ਪੇਨ ਫੀਲ ਹੋ ਸਕਦੀ ਆ ਐਂਡ ਤੁਹਾਨੂੰ ਲਾਈਕ ਫੀਲ ਹੋ ਸਕਦਾ ਕਿ ਇਹ ਕਨੈਕਟਡ ਨਹੀਂ ਆ ਆਪਸ ਦੇ ਵਿੱਚ। ਸੋ ਲਾਸਟ ਪ੍ਰੋਬਲਮ ਤਾਂ ਇਹ ਹੈ ਕਿ ਉਹ ਬੈਲੀ ਪੂਸ਼ ਜਿਹੜੀ ਆ ਉਹ ਰਹਿ ਜਾਂਦੀ ਹੈ ਐਂਡ ਦੈਟਸ ਆਊਟ ਆਫ ਫੈਸ਼ਨ ਨਾਓ ਡੇਜ਼। ਸੋ ਮੇਰਾ ਇਹ ਸੁਜੈਸ਼ਨ ਹੈ ਕਿ ਤੁਸੀਂ ਵਿਦ ਟਾਈਮ ਪ੍ਰੀ ਪ੍ਰੈਗਨੈਂਸੀ ਸਟੇਟ ਦੇ ਵਿੱਚ ਵਾਪਸ ਆਓ। ਅਗਰ ਤੁਹਾਨੂੰ ਹੋਰ ਵੀ ਕੋਈ ਕੁਐਰੀ ਆ ਰੈਕਟੀ ਡਾਇਸਟੈਸਿਸ ਦੀ ਬਾਰੇ ਕਿ ਤੁਸੀਂ ਅਸੈਸ ਕਰਾਉਣਾ ਚਾਹੁੰਦੇ ਹੋ ਕਿ ਮੈਨੂੰ ਕਿਹੜਾ ਵਾਲੀ ਟਾਈਪ ਆ, ਸੋ ਯੂ ਕੈਨ ਡਰੋਪ ਯੋਰ ਕੁਐਰੀਜ਼ ਇਨ ਕਮੈਂਟਸ ਐਂਡ ਵਿਲ ਲੈਟ ਯੂ ਨੋ ਦ ਸੋਲਿਊਸ਼ਨ ਐਂਡ ਵਿਲ ਅਸੈਸ ਯੋਰ diagnosis. So now you can watch few exercises that will fix it up, so you can watch that videos. ਸੋ ਮੈਂ 45 ਡੇਜ਼ ਆਫਟਰ ਸੀ ਸੈਕਸ਼ਨ ਵਰਕਆਊਟ ਸਟਾਰਟ ਕਰਤਾ ਸੀ। ਸੋ ਆਈ ਯੂਜ਼ ਪਿਲਾਟੇ ਬਾਲ ਫॉर ਕੋਰ ਸਟੇਬਿਲਿਟੀ। ਤੁਸੀਂ ਬਾਲ ਨੂੰ ਪ੍ਰੋਪਰ ਪ੍ਰੈਸ ਕਰਨਾ ਐਂਡ ਕੋਰ ਨੂੰ ਇੰਗੇਜ ਕਰਨਾ। ਸੋ ਮਸਲ ਮਾਈਂਡ ਕਨੈਕਸ਼ਨ ਬਣਾ ਕੇ ਐਂਡ ਬਰੀਦ ਇਨ ਬਰੀਦ ਆਊਟ ਐਂਡ ਲੋਅਰ ਐਬਸ ਨੂੰ ਫੀਲ ਕਰਨਾ। ਈਵਨ ਤੁਸੀਂ ਲਾਈਕ ਇਹਦੇ ਵਿੱਚ ਤੁਸੀਂ ਲੈਗਸ ਦੇ ਇਨ ਬਿਟਵੀਨ ਪਿਲਾਟੇ ਬਾਲ ਨੂੰ ਰੱਖ ਕੇ ਸਕੁਈਜ਼ ਕਰਨਾ ਇਨਵਰਡ ਬੋਥ ਸਾਈਡ ਲੈਗਸ ਤੋਂ। ਨਾਓ ਆਈ ਐਮ ਡੂਇੰਗ ਰਿਵਰਸ ਪਲੈਂਕ। ਇਹਦੇ ਵਿੱਚ ਤੁਸੀਂ ਪ੍ਰੋਪਰ ਆਪਣੇ ਕੋਰ ਮਸਲਸ ਨੂੰ ਫੀਲ ਕਰਨਾ ਹੈ ਐਂਡ ਦਿਸ ਇਜ਼ ਫॉर ਬਿਗਨਰਸ। ਐਡਵਾਂਸ 'ਤੇ ਤੁਸੀਂ ਆਪਣੀ ਲੈਗ ਅਪ ਕਰਕੇ ਇਹਨੂੰ ਹੋਲਡ ਕਰ ਸਕਦੇ ਹੋ ਐਂਡ ਆਲਟਰਨੇਟ ਲੈਗ ਅਪ ਐਂਡ ਹੋਲਡ ਇਟ ਐਂਡ ਤੁਸੀਂ ਆਪਣੇ ਅੰਬਲਾਈਕਸ ਨੂੰ ਪ੍ਰੋਪਰ ਲਾਈਕ ਇਨਵਰਡ ਵੀ ਫੀਲ ਕਰ ਸਕਦੇ ਹੋ ਆਪਣੇ ਹੈਂਡ ਦੇ ਨਾਲ ਐਂਡ ਪ੍ਰੋਪਰ ਬਰੀਦ ਇਨ ਬਰੀਦ ਆਊਟ ਐਂਡ ਦਿਸ ਇਜ਼ ਫॉर ਐਡਵਾਂਸ। ਬਿਗਨਰਸ ਤੁਸੀਂ ਹਾਫ ਮੂਵਮੈਂਟ ਕਰ ਸਕਦੇ ਹੋ ਹੀਲ ਟੈਪ। ਹੀਲ ਟੈਪ ਤੁਹਾਡੇ ਲੋਅਰ ਐਬਡੋਮਨ ਲਈ ਬਹੁਤ ਬੈਨੀਫੀਸ਼ੀਅਲ ਹੈ ਐਂਡ ਤੁਸੀਂ ਇਹਦੀ ਜਗ੍ਹਾ ਲੈਗ ਰੇਜ਼ ਵੀ ਕਰ ਸਕਦੇ ਹੋ, ਸਿੰਗਲ ਲੈਗ ਰੇਜ਼। and last one is beast hold. I did strength training and these exercises.
So if you have any query related to lifestyle disorder, high cholesterol, high blood pressure, heart related issue, bad lipid profile, or PCOS, or you have a query about pre-pregnancy, preconception and post-pregnancy diet, so you can follow us on Instagram. We'll be there to help you. If you like this video, do subscribe our channel. Thank you.